ਸਤਿ ਸ਼੍ਰੀ ਅਕਾਲ ਦੋਸਤੋ। ਲਵ 23 ਲੈਂਡ ਦਿਲ ਸੇ ਬਾਈ ਨੀਲੂ ਨੂੰ ਪਿਆਰ ਦੇਣ ਦੇ ਲਈ ਤਹਿ ਦਿਲੋਂ ਸ਼ੁਕਰੀਆ। ਮੈਂ ਹਾਂ ਨੀਲੂ ਸ਼ਰਮਾ। ਜਿਸ ਤਰ੍ਹਾਂ ਤੁਸੀਂ ਮੇਰੀਆਂ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ, ਉਸ ਨਾਲ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਹੈ ਕਿ ਮੈਂ ਹੋਰ ਵੀ ਵਧੀਆ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੋਵਾਂ। ਇਹ ਸਿਰਫ ਕਹਾਣੀਆਂ ਹੀ ਨਹੀਂ, ਬਲਕਿ ਮੇਰੀ ਜ਼ਿੰਦਗੀ ਦੇ ਵਿੱਚ ਆਏ ਕੁਝ ਲੋਕਾਂ ਦੀ ਹੱਡਬੀਤੀ ਵੀ ਹੈ, ਜਿਸ ਨੂੰ ਮੈਂ ਸ਼ਬਦਾਂ ਦੇ ਵਿੱਚ ਪਿਰੋਣ ਦੀ ਕੋਸ਼ਿਸ਼ ਕਰਦੀ ਹਾਂ। ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਡੇ ਸਾਹਮਣੇ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਤਸਵੀਰ ਪੇਸ਼ ਕਰਾਂ ਤਾਂ ਜੋ ਸਾਨੂੰ ਸਹੀ ਤੇ ਚੰਗੀ ਸੇਧ ਮਿਲ ਸਕੇ। ਤੇ ਅੱਜ ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ। ਕਹਿੰਦੇ ਨੇ ਕਿ ਜਿਸ ਇਲਾਕੇ ਦੇ ਵਿੱਚ ਤੁਸੀਂ ਕਾਫੀ ਸਮਾਂ ਰਹਿੰਦੇ ਹੋ, ਉਸ ਨਾਲ ਤੁਹਾਡੀ ਸਾਂਝ ਤੇ ਨਜ਼ਦੀਕੀਆਂ ਕਾਫੀ ਵੱਧ ਜਾਂਦੀਆਂ ਨੇ, ਜਾਂ ਇੰਜ ਕਹਿ ਸਕਦੇ ਹਾਂ ਕਿ ਉਸ ਨਾਲ ਪਿਆਰ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇਮਸ ਦਾ ਪਿਆਰ ਵੀ ਪਹਾੜਾਂ ਦੇ ਨਾਲ ਬਹੁਤ ਸੀ। ਐਵਰੇਸਟ ਦੀ ਚੋਟੀ ਦੀ ਸ਼ੁਰੂਆਤ ਵਾਲੇ ਰਸਤੇ ਦੇ ਵਿੱਚ ਜੇਮਸ ਦਾ ਪਿੰਡ ਸੀ, ਸਿੱਧਾ ਸਾਦਾ ਜਿਹਾ ਤੇ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਾਲਾ। ਵੈਸੇ ਜੇਮਸ ਦਾ ਨਾਮ ਜਿਮੀ ਸੀ, ਪਰ ਬਾਹਰਲਿਆਂ ਦੇ ਲਈ ਉਹ ਜੇਮਸ ਸੀ। ਜੇਮਸ ਛੋਟੇ ਹੁੰਦੇ ਤੋਂ ਹੀ ਐਵਰੈਸਟ ਤੇ ਚੜ੍ਹਨ ਦਾ ਚਾਹਵਾਨ ਸੀ। ਸੁੱਖ ਨਾਲ ਉਸਦਾ ਇਹ ਸੁਪਨਾ ਪੂਰਾ ਵੀ ਹੋਇਆ, ਪਰ ਵੱਡੇ ਹੋ ਕੇ ਗਰੀਬ ਪਰਿਵਾਰ ਦਾ ਹੋਣ ਦੇ ਕਾਰਨ ਜ਼ਿਆਦਾ ਕਮਾਈ ਦੇ ਸਾਧਨ ਤਾਂ ਨਹੀਂ ਸਨ ਉਸ ਕੋਲ, ਪਰ ਹਾਂ, ਲੋਕਾਂ ਨੂੰ ਸਹੀ ਰਸਤਾ ਦਿਖਾ ਕੇ ਉਹ ਆਪਣੀ ਦਿਹਾੜੀ ਜ਼ਰੂਰ ਬਣਾ ਲੈਂਦਾ। ਇੱਕ ਵਾਰ ਐਵਰੈਸਟ ਫਤਿਹ ਕਰਨ ਤੋਂ ਬਾਅਦ ਜੇਮਸ ਨਿਸ਼ਚਿਤ ਹੋ ਗਿਆ ਸੀ। ਆਪਣੇ ਸੁਪਨੇ ਨੂੰ ਉਸਨੇ ਹਕੀਕਤ ਦਾ ਰੂਪ ਦਿੱਤਾ ਸੀ। ਦੁਨੀਆ ਭਰ ਦੇ ਵਿੱਚ ਨਾਮ ਕਈ ਲੋਕ ਉਸ ਨੂੰ ਜਾਣ ਗਏ ਸਨ। ਦੂਰੋਂ ਦੂਰੋਂ ਲੋਕ ਉਸ ਦੀਆਂ ਸਰਵਿਸਿਜ਼ ਲੈਣ ਦੇ ਲਈ ਆਉਂਦੇ ਸਨ। ਜੇਮਸ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਵਿੱਚ ਹੀ ਰਹਿੰਦਾ ਸੀ, ਪਰ ਜਦੋਂ ਵੱਡੇ ਗਾਈਡ ਪ੍ਰੋਜੈਕਟ ਉਸ ਨੂੰ ਮਿਲਦੇ ਸਨ ਤਾਂ ਮਹੀਨਿਆਂ ਦੇ ਲਈ ਘਰੋਂ ਬਾਹਰ ਰਹਿੰਦਾ। ਜੇਮਸ ਪੈਸੇ ਦੇ ਲਈ ਨਹੀਂ, ਸਗੋਂ ਪੈਸ਼ਨ ਲਈ ਕੰਮ ਕਰਦਾ। ਪਰਿਵਾਰ ਦੇ ਵਿੱਚ ਉਸ ਦੀ ਪਤਨੀ ਤੇ 3 ਸਾਲ ਦੀ ਛੋਟੀ ਬੱਚੀ ਸੀ। ਪਹਾੜਾਂ ਦੇ ਔਖੇ ਤੋਂ ਔਖੇ ਰਸਤੇ ਨੂੰ ਉਹ ਸਮਝ ਚੁੱਕਿਆ ਸੀ ਤੇ ਮੌਸਮ ਦੇ ਵਿੱਚ ਆ ਰਹੀ ਤਬਦੀਲੀ ਨੂੰ ਵੀ ਉਹ ਭਾਪ ਚੁੱਕਿਆ ਸੀ। ਜੇਮਸ ਨੇ ਸਾਰੀ ਜ਼ਿੰਦਗੀ ਉਹਨਾਂ ਪਹਾੜਾਂ ਦੇ ਰਸਤਿਆਂ ਦੇ ਵਿੱਚ ਹੀ ਬਿਤਾ ਦਿੱਤੀ ਸੀ। ਜੇਮਸ ਦਾ ਕੰਮ ਟੂਰ ਤੋਂ ਚੱਲਦਾ ਸੀ। 15 ਤੋਂ 20 ਲੋਕਾਂ ਦੇ ਗਰੁੱਪ ਨੂੰ ਉੱਚੀ ਚੋਟੀ ਤੇ ਪਹੁੰਚਾਉਣ ਦਾ ਕੰਮ, ਜਿਸ ਲਈ ਉਸਨੂੰ ਮੋਟੀ ਰਕਮ ਮਿਲਦੀ ਸੀ। ਉਸਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਨਿਕਲ ਆਉਂਦਾ ਸੀ। ਰਕਮ ਤਾਂ ਜ਼ਰੂਰ ਵਧੀਆ ਸੀ, ਪਰ ਜੋਖਿਮ ਵੀ ਬਹੁਤ ਸੀ। ਉਸਦੀ ਵਹੁਟੀ ਕਈ ਵਾਰ ਕਹਿ ਚੁੱਕੀ ਸੀ ਕਿ ਕੋਈ ਹੋਰ ਕੰਮ ਸ਼ੁਰੂ ਕਰ ਲਓ। ਜਦੋਂ ਕਈ ਦਿਨਾਂ ਤੱਕ ਤੁਸੀਂ ਘਰ ਨਹੀਂ ਆਉਂਦੇ ਤਾਂ ਸਾਨੂੰ ਡਰ ਲੱਗਣ ਲੱਗ ਪੈਂਦਾ ਹੈ। ਜੇਮਸ ਦਾ ਕਹਿਣਾ ਸੀ ਕਿ ਜਿੰਨੀ ਦੇਰ ਸਮਾਂ ਲੰਘਦਾ ਹੈ, ਕੱਢੋ, ਅਸੀਂ ਕੁਝ ਹੋਰ ਸੋਚ ਲਵਾਂਗੇ। ਉਸੇ ਥਾਂ ਤੇ ਆਉਣ ਵਾਲੇ ਸਾਰੇ ਟੂਰਿਸਟ ਵੀ ਜੇਮਸ ਦੀ ਹੀ ਭਾਲ ਕਰਦੇ ਸਨ, ਕਿਉਂਕਿ ਉਸਦੀ ਜ਼ਿੰਦਗੀ ਦਾ ਰਿਕਾਰਡ ਸੀ। ਉਸਦਾ ਅੰਦਾਜ਼ਾ ਕਦੇ ਫੇਲ ਨਹੀਂ ਹੋਇਆ ਤੇ ਉਹ ਠੀਕ ਠਾਕ ਆਪਣੇ ਟੂਰਿਸਟ ਨੂੰ ਵਾਪਸ ਸਹੀ ਸਲਾਮਤ ਲੈ ਕੇ ਆਉਂਦਾ ਸੀ। ਇਸ ਲਈ ਸਭ ਉਸ ਤੇ ਯਕੀਨ ਕਰਦੇ ਸਨ। ਇਸ ਵਾਰ ਦੇ ਸੀਜ਼ਨ ਵਿੱਚ ਠੰਡ ਤੇ ਬਰਫ਼ਬਾਰੀ ਦੀ ਚੇਤਾਵਨੀ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਦੇ ਦਿੱਤੀ ਸੀ। ਜੇਮਸ ਆਪਣੀ ਵਹੁਟੀ ਨੂੰ ਵਾਅਦਾ ਕਰ ਚੁੱਕਿਆ ਸੀ ਕਿ ਹੁਣ ਉਹ ਗਾਈਡਗਿਰੀ ਦਾ ਕੰਮ ਛੱਡ ਦੇਵੇਗਾ, ਬਸ ਕਿਸੇ ਦੂਜੇ ਕੰਮ ਬਾਰੇ ਸੋਚੇਗਾ, ਜਿਸ ਕਾਰਨ ਇਸ ਵਾਰ ਜੇਮਸ ਦੇ ਦਿਮਾਗ ਦੇ ਵਿੱਚ ਨਵੇਂ ਕੰਮ ਬਾਰੇ ਰਣਨੀਤੀ ਚੱਲ ਰਹੀ ਸੀ। ਕਹਿੰਦੇ ਨੇ ਕਿ ਜਿੰਨਾ ਮਰਜ਼ੀ ਤੁਸੀਂ ਦੂਰ ਹੋ ਜਾਓ ਕਿਸੇ ਚੀਜ਼ ਤੋਂ, ਕਈ ਵਾਰ ਤੁਹਾਡੀ ਮੌਤ ਤੁਹਾਨੂੰ ਉਸ ਥਾਂ ਤੇ ਪਹੁੰਚਾ ਹੀ ਦਿੰਦੀ ਹੈ। ਪਰ ਸਰਦੀਆਂ ਦੇ ਮੌਸਮ ਵਿੱਚ ਜੇਮਸ ਦੇ ਦਰਵਾਜ਼ੇ ਤੇ ਕਿਸੇ ਵਿਦੇਸ਼ੀ ਮਹਿਮਾਨ ਨੇ ਦਸਤਕ ਦਿੱਤੀ। ਪਤਾ ਚੱਲਿਆ ਉਸ ਕੁੜੀ ਦਾ ਨਾਮ ਜੈਨੀਫਰ ਸੀ। ਆਪਣੇ 20 ਦੋਸਤਾਂ ਦੇ ਗਰੁੱਪ ਦੇ ਨਾਲ ਪਹਾੜ ਤੇ ਚੜ੍ਹਨ ਦਾ ਸ਼ੌਂਕ ਪੂਰਾ ਕਰਨ ਦੇ ਲਈ ਆਈ, ਪਰ ਅਫਸੋਸ ਦੀ ਗੱਲ, ਜੇਮਸ ਕੰਮ ਛੱਡ ਚੁੱਕਿਆ ਸੀ। ਜੇਮਸ ਜੈਨੀਫਰ ਨੂੰ ਆਪਣੇ ਹੀ ਦੋਸਤ ਦਾ ਪਤਾ ਦੇ ਦਿੰਦਾ ਹੈ ਤੇ ਕਹਿੰਦਾ ਤੁਸੀਂ ਇਸ ਨੂੰ ਹਾਇਰ ਕਰ ਸਕਦੇ ਹੋ, ਪਰ ਕਿਸੇ ਖਾਸ ਟੂਰਿਸਟ ਦੀ ਅਪਰੋਚ ਦੇ ਨਾਲ ਹੀ ਉਹ ਮੇਰੇ ਤੱਕ ਪਹੁੰਚੀ ਸੀ। ਉਸਦੇ ਬਾਰ-ਬਾਰ ਕਹਿਣ ਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਖਰੀ ਵਾਰ ਪਹਾੜ ਤੇ ਚੜ੍ਹਨ ਦਾ ਫੈਸਲਾ ਕਰਦਾ ਤੇ ਆਪਣੀ ਪਤਨੀ ਨੂੰ ਰਿਕੁਐਸਟ ਵੀ ਕਿ ਮੇਰੀ ਜ਼ਿੰਦਗੀ ਦਾ ਆਖਰੀ ਟ੍ਰਿਪ ਹੋਵੇਗਾ। ਤਿਆਰੀ ਪੂਰੀ ਸੀ। 20 ਸੈਲਾਨੀਆਂ ਦਾ ਗਰੁੱਪ ਸੀ। ਮੌਸਮ ਵਿਭਾਗ ਦਾ ਅਲਰਟ ਕਿ ਇਸ ਵਾਰ ਪਹਾੜ ਦੀ ਚੜ੍ਹਾਈ ਨਾ ਕੀਤੀ ਜਾਵੇ, ਕਿਉਂਕਿ ਬਰਫੀਲਾ ਤੂਫਾਨ ਕਦੇ ਵੀ ਆ ਸਕਦਾ ਹੈ, ਜਿਸ ਕਰਕੇ 11 ਕੁ ਬੰਦੇ ਜਾਣ ਵਾਲੇ ਤੇ 9 ਕੁ ਬੰਦੇ ਨਾ ਕਰਨ ਵਾਲੇ ਸਨ। ਮੈਂ 9 ਕੁ ਬੰਦਿਆਂ ਨੂੰ ਸੁਰੱਖਿਅਤ ਥਾਂ ਤੇ ਠਹਿਰਾ ਕੇ ਬਾਕੀ ਦੇ 11 ਕੁ ਜਣਿਆਂ ਨੂੰ ਅੱਗੇ ਵਧਾ ਕੇ ਲੈ ਜਾਣਾ, ਜਿਨ੍ਹਾਂ ਦੇ ਵਿੱਚ ਜੈਨੀਫਰ ਵੀ ਇੱਕ ਸੀ। ਠੰਡ ਦਾ ਰਿਕਾਰਡ ਤੋੜ ਤੇ ਜ਼ਿਆਦਾ ਸਮਾਨ ਵੀ ਸਾਡੇ ਕੋਲ ਨਹੀਂ, ਬਸ ਇੰਨਾ ਸੀ ਕਿ ਅਸੀਂ ਆਪਣੇ ਵੱਲ ਵੱਧ ਰਹੇ ਤੂਫਾਨ ਨੂੰ ਦੇਖਿਆ। ਮੈਂ ਕੋਸ਼ਿਸ਼ ਕੀਤੀ ਕਿ ਜਿੰਨੇ ਸੈਲਾਨੀ ਮੇਰੇ ਨਾਲ ਨੇ ਉਹਨਾਂ ਨੂੰ ਸੁਰੱਖਿਅਤ ਕਰਾਂ, ਇਸ ਲਈ ਸਭ ਨੂੰ ਥੋੜਾ ਝੁਕਣ ਲਈ ਕਹਿ ਦੇਣਾ, ਪਰ ਸਮਾਂ ਤੇ ਰੱਬ ਜੋ ਉਸ ਦੀ ਮਰਜ਼ੀ, ਉਸ ਤੱਕ ਝੁਕਣਾ ਹੀ ਪੈਣਾ ਸੀ। ਮੇਰੀ ਮੌਤ ਮੈਨੂੰ ਉਸ ਥਾਂ ਤੇ ਲੈ ਕੇ ਆਈ ਸੀ। ਉਸ ਤੂਫਾਨ ਤੋਂ ਬਾਅਦ ਕਈ ਲੋਕ ਤਾਂ ਗਾਇਬ ਹੋ ਗਏ ਤੇ ਕਈ ਬਰਫ਼ ਦੇ ਵਿੱਚ ਧਸ ਗਏ। ਮੈਂ ਕਈਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮਦਦ ਲਈ ਸੰਪਰਕ ਵੀ ਕੀਤਾ, ਪਰ ਜਦ ਤੱਕ ਮੈਡੀਕਲ ਟੀਮ ਪਹੁੰਚਦੀ ਉਦੋਂ ਤੱਕ ਪਤਾ ਨਹੀਂ ਕਿੰਨੇ ਦਮ ਤੋੜ ਜਾਂਦੇ ਤੇ ਹੋਰ ਅੱਗੇ ਵਧਦੇ। ਮੇਰੀ ਨਜ਼ਰ ਜੈਨੀਫਰ ਤੇ ਪੈਂਦੀ ਹੈ, ਜਿਸ ਦਾ ਆਕਸੀਜਨ ਵਾਲਾ ਸਿਲੰਡਰ ਨਹੀਂ ਹੁੰਦਾ। ਮੇਰਾ ਫਰਜ਼ ਪਹਿਲੇ ਆਪਣੇ ਸੈਲਾਨੀਆਂ ਦੀ ਜਾਨ ਬਚਾਉਣਾ ਸੀ। ਜੈਨੀਫਰ ਨੂੰ ਸਿਲੰਡਰ ਦੇ
ਉਸਨੂੰ ਹਿੰਮਤ ਰੱਖਣ ਦੇ ਲਈ ਕਹਿਣਾ ਤੇ ਅੱਗੇ ਵਧਾਂ ਕਿ ਕਿਸੇ ਹੋਰ ਨੂੰ ਮੇਰੀ ਜ਼ਰੂਰਤ ਤਾਂ ਨਹੀਂ। ਪਰ ਬਰਫੀਲੇ ਤੂਫਾਨ ਦਾ ਕਹਿਰ ਇੰਨਾ ਸੀ ਕਿ ਉੱਪਰ ਆਕਸੀਜਨ ਘਟਦੀ ਗਈ ਤੇ ਸਿਲੰਡਰ ਨਾ ਹੋਣ ਦੀ ਵਜ੍ਹਾ ਦੇ ਕਾਰਨ ਮੈਂ ਵੀ ਬੇਹੋਸ਼ ਹੋ ਕੇ ਡਿੱਗ ਪਿਆ। ਕਾਫੀ ਘੰਟਿਆਂ ਬਾਅਦ ਮੈਡੀਕਲ ਟੀਮ ਆਈ। ਜੋ ਉਸਨੂੰ ਦਿਖਾਈ ਦਿੱਤੇ ਉਹ ਉਹਨਾਂ ਨੂੰ ਲੈ ਕੇ ਚਲੇ ਗਈ। ਮੈਂ ਅਜੇ ਵੀ ਬਰਫ਼ ਦੇ ਵਿੱਚ ਕਿਤੇ ਦੱਬਿਆ ਆਪਣੇ ਆਖਰੀ ਸਾਹ ਗਿਣ ਰਿਹਾ ਸੀ, ਪਰ ਜੈਨੀਫਰ ਨੂੰ ਯਾਦ ਸੀ ਮੇਰੇ ਬਾਰੇ। ਥੱਲੇ ਪਹੁੰਚ ਕੇ ਹਰ ਕੋਈ ਰੱਬ ਨੂੰ ਸ਼ੁਕਰੀਆ ਕਰਦਾ ਹੈ। ਉਹਨਾਂ ਦੀ ਜਾਨ ਬਚ ਗਈ, ਪਰ ਜੈਨੀਫਰ ਦੇ ਜ਼ਿਹਨ ਦੇ ਵਿੱਚ ਮੈਂ ਹੀ ਸੀ, ਜਿਸ ਕਰਕੇ ਉਸਨੂੰ ਲੱਗਦਾ ਹੈ ਕਿ ਉਸਦੀ ਜ਼ਿੰਦਗੀ ਬਚੀ ਹੈ। ਜੈਨੀਫਰ ਬਾਰ-ਬਾਰ ਕਹਿੰਦੀ ਹੈ ਕਿ ਜੇਮਸ ਨੂੰ ਲੱਭ ਕੇ ਲਿਆਓ, ਜ਼ਿੰਦਾ ਹੋ ਸਕਦਾ ਹੈ, ਪਰ ਕੋਈ ਵੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ। ਜੈਨੀਫਰ ਇਹ ਗੱਲ ਆਪਣੇ ਪਿਤਾ ਨੂੰ ਦੱਸਦੀ ਹੈ ਤੇ ਖਾਸ ਤੌਰ ਤੇ ਹੈਲੀਕਾਪਟਰ ਦੀ ਮਦਦ ਦੇ ਨਾਲ ਤੁਰ ਪੈਂਦੀ ਹੈ ਮੈਨੂੰ ਲੱਭਣ ਦੇ ਲਈ। ਪਾਇਲਟ ਵੀ ਮਨਾ ਕਰ ਦਿੰਦੇ ਨੇ ਉੱਪਰ ਜਾਣ ਲਈ ਕਿਉਂਕਿ ਖਤਰਾ ਬਹੁਤ ਸੀ, ਪਰ ਉਸਨੂੰ ਯਾਦ ਸੀ ਕਿ ਸ਼ਾਇਦ ਜੇਮਸ ਜ਼ਿੰਦਾ ਹੋ ਸਕਦਾ ਹੈ। ਕਾਫੀ ਲੱਭਣ ਤੇ ਵੀ ਮੇਰਾ ਨਾਮੋ ਨਿਸ਼ਾਨ ਨਹੀਂ ਲੱਭਦਾ। ਅੰਤ ਜਦ ਹੈਲੀਕਾਪਟਰ ਵਾਪਸ ਜਾਣ ਲੱਗਦਾ ਤਾਂ ਜੈਨੀਫਰ ਦੀ ਨਜ਼ਰ ਮੇਰੇ ਪਿੱਠ ਤੇ ਪਏ ਬੈਗ ਤੇ ਪੈ ਜਾਂਦੀ ਹੈ ਤੇ ਸਾਰੀ ਟੀਮ ਫਿਰ ਤੋਂ ਉਤਰ ਪੈਂਦੀ ਹੈ। ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਰ ਜੈਨੀਫਰ ਨੇ ਕੋਸ਼ਿਸ਼ ਤਾਂ ਕੀਤੀ ਮੈਨੂੰ ਲੱਭਣ ਦੇ ਲਈ। ਅੰਤ ਮੈਂ ਖੁਦ ਨੂੰ ਦੇਖਦਾ, ਹਰ ਪਾਸੇ ਮੈਨੂੰ ਬਰਫ਼ ਦੀ ਚਿੱਟੀ ਚੱਦਰ ਦਿਖਾਈ ਦਿੰਦੀ ਹੈ। ਮੇਰੇ ਕੰਨਾਂ ਦੇ ਵਿੱਚ ਮੈਨੂੰ ਆਪਣੀ ਬੇਟੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਜਦ ਅੱਖਾਂ ਖੁੱਲ੍ਹਦੀਆਂ ਨੇ ਤਾਂ ਮੇਰੀ ਵਹੁਟੀ ਤੇ ਮੇਰੀ ਬੇਟੀ ਮੇਰੇ ਅੱਖਾਂ ਦੇ ਸਾਹਮਣੇ ਖੜੀਆਂ ਹੁੰਦੀਆਂ ਨੇ। ਸੱਚ ਹੀ ਜੈਨੀਫਰ ਨੇ ਉਸਦੀ ਹਿੰਮਤ ਦਿਖਾ ਮੈਨੂੰ ਬਚਾ ਲਿਆ, ਕਿਉਂਕਿ ਉਸਨੂੰ ਯਾਦ ਸੀ ਕਿ ਮੇਰਾ ਕੋਈ ਵੀ ਟ੍ਰਿਪ ਫੇਲ ਨਹੀਂ ਹੋਇਆ ਤੇ ਮੈਂ ਅੰਤ ਤੱਕ ਮਦਦ ਦੇ ਲਈ ਇੰਤਜ਼ਾਰ ਕਰਾਂਗਾ। ਉਹ ਮੇਰੀ ਜ਼ਿੰਦਗੀ ਦਾ ਆਖਰੀ ਪਹਾੜੀ ਸਫ਼ਰ ਸੀ। ਉਸ ਦਿਨ ਮੈਂ ਬਚ ਗਿਆ ਸੀ। ਤੇ ਕਿਸ ਤਰ੍ਹਾਂ ਦੀ ਲੱਗੀ ਅੱਜ ਦੀ ਕਹਾਣੀ? ਕਮੈਂਟ ਬਾਕਸ ਦੇ ਵਿੱਚ ਤੁਸੀਂ ਮੈਨੂੰ ਜ਼ਰੂਰ ਦੱਸ ਸਕਦੇ ਹੋ। ਜੇਕਰ ਤੁਹਾਡੇ ਕੋਲ ਵੀ ਕੋਈ ਕਹਾਣੀ ਹੈ ਜਿਸ ਨੂੰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ love23land@gmail.com ਤੇ ਮੇਲ ਕਰ ਸਕਦੇ ਹੋ। ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਸਬਸਕ੍ਰਾਈਬ ਕਰੋ ਤੇ ਹਾਂ, ਰੈੱਡ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਤੁਸੀਂ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੋ। ਮੇਰੀਆਂ ਕਹਾਣੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਪਰਿਵਾਰ ਦੋਸਤਾਂ ਦੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਣ ਜਾਓ ਲਵ 23 ਲੈਂਡ ਫੈਮਿਲੀ ਦਾ ਹਿੱਸਾ। ਲਵ 23 ਲੈਂਡ, ਦਿਲ ਸੇ ਬਾਈ ਨੀਲੂ।